ਧੰਨ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ। ਧੰਨ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਨੌਵਾਂ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ। ਕਰ ਬੈਠੋ ਬਿਸਰਾਮ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ। ਕਰ ਬੈਠੋ ਬਿਸਰਾਮ ਰਹਾਉ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾਰ ਚੂਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਜਾ ਕੋ ਹੋਤ ਦਇਆਲੁ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਹੋ ਨਾਨਕ ਇਹ ਬਿਧ ਕੀ ਸੰਪੈ, ਕਉ ਗੁਰਮੁਖ ਪਾਵੈ। ਜਾ ਕੋ ਹੋਤ ਦਇਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਹੋ ਨਾਨਕ ਇਹ ਬਿਧ ਕੀ ਸੰਪੈ, ਕਉ ਗੁਰਮੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿਸ ਨੂੰ ਆਪਾਂ ਨਿਰੰਤਰ ਲੜੀਵਾਰ ਸ਼ਬਦ ਦਰ ਸ਼ਬਦ ਵਿਚਾਰਨ ਦਾ ਯਤਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਸੰਤ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਜੀ ਦੇ ਕੁੱਲ 5 ਸ਼ਬਦ ਦਰਜ ਹਨ, ਜਿਸ ਵਿੱਚੋਂ ਆਪ ਜੀ ਨੇ ਤੀਸਰਾ ਸ਼ਬਦ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਮੁਬਾਰਕ ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1186 ਉੱਪਰ ਸੁਭਾਏਮਾਨ ਹੈ। ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਭ ਤੋਂ ਵਧੇਰੇ ਪੈਂਡਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਮਾਨਵ ਭਲਾਈ ਲਈ ਥਾਂ ਪੁਰ ਥਾਂ ਜਾ ਕੇ ਗੁਰਮਤਿ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਕੀਤਾ ਹੈ। ਨੌਵੇਂ ਪਾਤਸ਼ਾਹ ਮਹਾਰਾਜ ਦਾ ਜੀਵਨ, ਉਹਨਾਂ ਦੀਆਂ ਸਿੱਖਿਆਵਾਂ ਬੜੀਆਂ ਅਮੋਲਕ ਅਤੇ ਮਹਾਨ ਨੇ। ਜਿੱਥੇ ਸਤਿਗੁਰੂ ਨੇ ਪ੍ਰੇਰਨਾਮਈ ਉਪਦੇਸ਼ ਥਾਂ ਪੁਰ ਥਾਂ ਜਾ ਕੇ ਲੋਕਾਈ ਨੂੰ ਵੰਡਿਆ, ਲੋਕਾਂ ਦੀਆਂ, ਸਮਾਜ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਯਤਨ ਕੀਤਾ, ਹਰ ਪੱਖ ਤੋਂ ਮਾਨਵ ਨੂੰ ਸੇਧ ਪ੍ਰਦਾਨ ਕੀਤੀ, ਉੱਥੇ ਸਤਿਗੁਰੂ ਮਹਾਰਾਜ ਨੇ ਭੈ ਦੇਣ ਵਾਲੀ ਸਮੇਂ ਦੀ ਸ਼ਾਹੀ ਨੂੰ, ਸਮੇਂ ਦੀ ਸੱਤਾ ਨੂੰ ਆਪਣੇ ਸਿਦਕ ਔਰ ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦੇ ਕੇ, ਕੁਰਬਾਨੀ ਦੇ ਕੇ ਸੰਸਾਰ ਦੇ ਸਾਹਮਣੇ ਬਹੁਤ ਵੱਡੀ ਮਿਸਾਲ ਪੈਦਾ ਕੀਤੀ। ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਾਨ ਜੀਵਨ ਨੂੰ ਆਪਾਂ ਪੜ੍ਹਦੇ ਹਾਂ, ਸਤਿਗੁਰੂ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦੇ ਹਾਂ, ਪਰ ਗੁਰੂ ਪਾਤਸ਼ਾਹ ਜੀ ਦੇ ਮਹਾਨ ਜੀਵਨ ਦੇ ਅਨੁਭਵ ਕੀ ਹਨ, ਉਹਨਾਂ ਦੇ ਜੀਵਨ ਦਾ ਗਿਆਨ ਦਾ ਸਿਖਰ ਕੀ ਹੈ, ਇਹ ਉਹਨਾਂ ਦੀ ਮੁਬਾਰਕ ਬਾਣੀ ਦੇ ਵਿੱਚੋਂ ਸਾਨੂੰ ਦਿਸ ਆਉਂਦਾ ਹੈ। ਕਿਉਂਕਿ ਮਹਾਨ ਜੀਵਨ ਦੀ ਘਾੜਤ ਵੀ ਕਿਸੇ ਆਧਾਰ ਉੱਤੇ ਹੁੰਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਨੂੰ ਜਿਸ ਵੇਲੇ ਆਪਾਂ ਪੜ੍ਹਦੇ ਹਾਂ, ਪਹਿਲੇ ਸਤਿਗੁਰੂ ਆਖਦੇ ਨੇ, ਮਹਾਰਾਜ ਫਰਮਾਉਂਦੇ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਵੀ ਗੁਰਮਤਿ ਦੇ ਆਸ਼ੇ ਮੁਤਾਬਕ ਗੁਰੂ ਪਰਿਵਾਰ ਵਿੱਚ ਘੜਿਆ ਗਿਆ ਅਤੇ ਜਿਹੜੇ ਰਾਹ ਰਸਤੇ ਸਤਿਗੁਰੂ, ਵੱਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਸੰਸਾਰ ਨੂੰ, ਉਸ ਰਾਹ ਰਸਤੇ 'ਤੇ ਚੱਲਦਿਆਂ ਹੋਇਆਂ ਉਹਨਾਂ ਆਪਣੇ ਮਹਾਨ ਵਿਅਕਤੀਤਵ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ, ਉਜਾਗਰ ਕੀਤਾ, ਘੜ ਕੇ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਹਰ ਇੱਕ ਸ਼ਬਦ ਜਿਹੜਾ ਹੈ ਸਾਨੂੰ ਜੀਵਨ ਦੇ, ਕੁਦਰਤ ਦੇ, ਕਾਦਰ ਦੇ ਬਹੁਤ ਡੂੰਘੇ ਅਨੁਭਵ ਦੇ ਦਰਸ਼ਨ ਕਰਾਉਂਦਾ ਹੈ। ਜਿਸ ਮੁਬਾਰਕ ਸ਼ਬਦ ਦਾ ਪਾਠ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਵਿੱਚ ਹਜ਼ੂਰ ਸੰਬੋਧਨਕਾਰਕ ਸ਼ਬਦ ਵਰਤਦੇ ਹਨ, ਮਾਈ, ਭਾਵ ਹੇ ਮੇਰੀ ਮਾਂ, ਮੈਂ ਧਨ ਪਾਇਓ ਹਰ ਨਾਮ। ਬਾਹਰੀ ਰੂਪ ਵਿੱਚ ਸੰਸਾਰ ਦੇ ਵਰਤਣ ਵਾਸਤੇ, ਸੰਸਾਰ ਦੇ ਧਨ ਪਦਾਰਥ ਲਈ, ਸੰਸਾਰ ਦੀਆਂ ਵਸਤੂਆਂ ਲਈ, ਪੂੰਜੀ ਲਈ ਸ਼ਬਦ ਦੌਲਤ, ਧਨ, ਪੈਸਾ, ਮਾਇਆ ਆਪਾਂ ਅਕਸਰ ਵਰਤਦੇ ਹਾਂ। ਔਰ ਬਾਹਰ ਦਾ ਧਨ ਇਹ ਤਾਂ ਸਮਝ ਵਿੱਚ ਆਉਂਦਾ ਵੀ ਦੌਲਤ ਦੀ ਗੱਲ ਹੋ ਰਹੀ ਹੈ, ਕਰੰਸੀ ਦੀ ਗੱਲ ਹੋ ਰਹੀ ਹੈ, ਪਦਾਰਥ ਦੀ ਗੱਲ ਹੋ ਰਹੀ ਹੈ, ਵਸਤੂਆਂ ਦੀ ਗੱਲ ਹੋ ਰਹੀ ਹੈ। ਪਰ ਜਦੋਂ ਸਤਿਗੁਰੂ ਜੀ ਬਾਣੀ ਵਿੱਚ ਇਹ ਕਹਿੰਦੇ ਨੇ, ਮੈਂ ਧਨ ਪਾਇਓ ਹਰ ਨਾਮ, ਹਰੀ ਦੇ ਨਾਮ ਦਾ ਧਨ ਪਾਇਆ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਸ ਧਨ ਤੋਂ ਕੀ ਭਾਵ ਹੁੰਦਾ ਹੈ? ਭਗਤ ਕਬੀਰ ਸਾਹਿਬ ਆਪਣੇ ਮੁਬਾਰਕ ਸ਼ਬਦ ਵਿੱਚ ਬਿਆਨ ਕਰਦੇ ਨੇ, ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਰਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਅਤੇ ਨਾਲ ਹੀ ਉਹ ਕਹਿੰਦੇ ਨੇ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜ੍ਹਿਆ ਨਿਰਮੋਲਕ, ਛੂਟ ਗਈ ਸੰਸਾਰੀ। ਇਸ ਨੂੰ ਡਿਫਾਈਨ ਵੀ ਕੀਤਾ, ਇਸ ਦਾ ਅਰਥ ਵੀ ਕੀਤਾ ਹੈ ਬਾਣੀ ਵਿੱਚ ਕਿ ਹਰ ਨਾਮ ਧਨ ਤੋਂ ਭਾਵ ਕੀ ਹੈ। ਸਤਿਗੁਰੂ ਨੇ ਬਿਆਨ ਕੀਤਾ ਵੀ ਜਿਵੇਂ ਬਾਹਰੀ ਪਦਾਰਥ ਦੀ ਲੋੜ ਹੈ ਮਨੁੱਖ ਨੂੰ ਸੰਸਾਰ ਵਿੱਚ ਆਪਣਾ ਜੀਵਨ ਸਹੂਲਤਾਂ ਦੇ ਮੁਤਲਕ ਜੀਣ ਵਾਸਤੇ, ਧਨ ਦੀ ਲੋੜ ਹੈ, ਪਦਾਰਥ ਦੀ ਲੋੜ ਹੈ, ਵਸਤੂ ਦੀ ਲੋੜ ਹੈ। ਇਸੇ ਤਰ੍ਹਾਂ ਸਤਿਗੁਰੂ ਆਖਦੇ ਜਿਵੇਂ ਸਰੀਰ ਦੇ ਵਰਤਨ ਅਤੇ ਸਰੀਰ ਦੀ ਸਹੂਲਤ ਅਤੇ ਸੌਖ ਲਈ ਸਮਾਜ ਸੰਸਾਰ ਵਿੱਚ ਸਰੀਰ ਦੀ ਪਾਲਣਾ ਲਈ ਦੌਲਤ ਕਮਾਉਂਦਾ ਹੈ ਮਨੁੱਖ, ਇਕੱਠੀ ਕਰਦਾ ਹੈ, ਉਸ ਨੂੰ ਖਰਚਦਾ ਹੈ, ਵਰਤਦਾ ਹੈ ਅਤੇ ਉਹਦੇ ਰਾਹੀਂ ਲੋੜਾਂ ਪੂਰੀਆਂ ਕਰਦਾ ਹੈ। ਇਸੇ ਤਰ੍ਹਾਂ ਜੀਵਨ ਦੇ ਪੈਂਡੇ ਵਿੱਚ ਕਿਸੇ ਹੋਰ ਖਰਚ ਦੀ ਵੀ ਮਨੁੱਖ ਨੂੰ ਲੋੜ ਪੈਂਦੀ ਹੈ। ਉਹ ਜੇਕਰ ਮਨੁੱਖ ਦੇ ਜੀਵਨ ਵਿੱਚ ਸ਼ੁਭ ਗੁਣ ਹੋਣ, ਚੰਗਿਆਈ ਹੋਵੇ, ਚੰਗੀਆਂ ਕਦਰਾਂ ਕੀਮਤਾਂ ਹੋਣ, ਤਾਂ ਮਨੁੱਖ ਮਾਨਸਿਕ ਆਤਮਿਕ ਦੁੱਖਾਂ ਤੋਂ ਬਚ ਜਾਂਦਾ ਹੈ।
ਮਨੁੱਖ ਅੰਦਰ ਦੀਆਂ ਤਕਲੀਫਾਂ ਤੋਂ ਬਚ ਕੇ ਜੀਵਨ ਦਾ ਆਨੰਦ ਪ੍ਰਾਪਤ ਕਰ ਸਕਦਾ ਹੈ, ਜੀਵਨ ਨੂੰ ਸਹਿਜ ਸੁੱਖ ਨਾਲ ਜੀ ਸਕਦਾ ਹੈ। ਪਰ ਜੇ ਉਹ ਸ਼ੁਭ ਗੁਣਾਂ ਦੀ ਘਾਟ ਮਨੁੱਖੀ ਜੀਵਨ ਵਿੱਚ ਹੈ ਤਾਂ ਮਨੁੱਖ ਆਪਣੀ ਜ਼ਿੰਦਗੀ ਨੂੰ ਦੁੱਖਾਂ ਦੇ ਨਾਲ ਸਿੱਝਦਿਆਂ ਹੋਇਆਂ ਬਤੀਤ ਕਰਦਾ ਹੈ। ਕਿੱਡਾ ਕੀਮਤੀ ਨੁਕਤਾ ਜਿਹੜਾ ਸਤਿਗੁਰੂ ਨੇ ਮੁਬਾਰਕ ਬਾਣੀ ਵਿੱਚ ਸਾਡੇ ਨਾਲ ਸਾਂਝਾ ਕੀਤਾ ਹੈ। ਇੱਕ ਥਾਂ ਸਤਿਗੁਰੂ ਬਾਣੀ ਵਿੱਚ ਆਖਦੇ ਨੇ, ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਦਾ ਮਤਲਬ ਹੁੰਦਾ ਹੈ ਰਸਤੇ ਦੀ ਪੂੰਜੀ। ਮਨੁੱਖ ਨੇ ਕਿਤੇ ਸਫ਼ਰ 'ਤੇ ਜਾਣਾ ਹੈ, ਸਫ਼ਰ 'ਤੇ ਜਾਂਦਿਆਂ ਹੋਇਆਂ ਮਨੁੱਖ ਆਪਣਾ ਜ਼ਰੂਰੀ ਸਾਜੋ ਸਮਾਨ ਨਾਲ ਲੈ ਕੇ ਚੱਲਦਾ ਹੈ, ਜਿਸ ਚੀਜ਼ ਦੀ ਉਹਨੂੰ ਰਸਤੇ 'ਚ ਲੋੜ ਹੈ। ਇੱਥੋਂ ਤੱਕ ਕਈ ਵਾਰ ਉਹ ਆਪਣੇ ਖਾਣ ਵਾਸਤੇ ਵੀ ਕੁਝ ਨਾ ਕੁਝ ਪ੍ਰਸ਼ਾਦਾ ਜਾਂ ਕੋਈ ਹੋਰ ਚੀਜ਼ ਨਾਲ ਲੈ ਕੇ ਚੱਲਦਾ ਹੈ, ਪੀਣ ਲਈ ਪਾਣੀ ਲੈਂਦਾ ਹੈ, ਜੇਬ ਖਰਚ ਵਾਸਤੇ ਪੈਸੇ ਲੈ ਕੇ ਚੱਲਦਾ ਵੀ ਰਸਤੇ ਵਿੱਚ ਕਿਰਾਇਆ ਲਾਵਾਂਗਾ, ਹੋਰ ਕਿਸੇ ਚੀਜ਼ ਦੀ ਲੋੜ ਪਈ ਤੇ ਖਰਚ ਕਰਾਂਗਾ। ਹੁਣ ਮਨੁੱਖ ਜੇਬ ਖਰਚ ਵੀ ਕੋਲ ਨਾ ਹੋਵੇ, ਸਫ਼ਰ ਦੀਆਂ ਜ਼ਰੂਰੀ ਚੀਜ਼ਾਂ ਵੀ ਨਾਲ ਨਾ ਹੋਣ, ਤੇ ਤੁਸੀਂ ਸੋਚ ਕੇ ਵੇਖੋ ਕਿ ਸਫ਼ਰ ਕਿੰਨਾ ਕਠਿਨ ਹੋਏਗਾ, ਕਿੰਨਾ ਔਖਾ ਹੋਏਗਾ। ਇਸੇ ਤਰ੍ਹਾਂ ਜ਼ਿੰਦਗੀ ਇੱਕ ਸਫ਼ਰ ਹੈ। ਅਸੀਂ ਸਾਰੇ ਹੀ ਸਫ਼ਰ ਵਿੱਚ ਹਾਂ, ਅਸੀਂ ਸਾਰੇ ਹੀ ਟਰੈਵਲ ਕਰ ਰਹੇ ਹਾਂ। ਜੀਵਨ ਦਾ ਇਹ ਸਫ਼ਰ ਜਿਹੜਾ ਹੈ ਉਹਨਾਂ ਦਾ ਹੀ ਸਫਲਾ ਅਤੇ ਸਾਰਥਕ ਮੰਨਿਆ ਜਾਏਗਾ, ਸੁਚੱਜਾ ਮੰਨਿਆ ਜਾਏਗਾ, ਜਿਨ੍ਹਾਂ ਦੇ ਕੋਲ ਖਰਚਣ ਅਤੇ ਵਰਤਣ ਲਈ ਕੁਝ ਹੈ। ਪਰ ਸਵਾਲ ਇਹ ਹੈ ਵੀ ਜੀਵਨ ਦੇ ਸਫ਼ਰ ਵਿੱਚ ਖਰਚਣ ਅਤੇ ਵਰਤਣ ਲਈ ਮਨੁੱਖ ਨੂੰ ਕੀ ਚਾਹੀਦਾ? ਜਿੱਥੇ ਮਨੁੱਖ ਨੂੰ ਧੀਰਜ ਦੀ ਲੋੜ ਪਏਗੀ, ਜਿੱਥੇ ਸਬਰ ਦੀ ਲੋੜ ਪਏਗੀ, ਜਿੱਥੇ ਮਿੱਠਤ ਦੀ ਲੋੜ ਪਏਗੀ, ਕਿਤੇ ਮਿੱਠਾ ਬੋਲਣਾ ਹੈ, ਕਿਤੇ ਧੀਰਜ ਰੱਖਣਾ ਹੈ, ਕਿਤੇ ਖਿਮਾ ਕਰਨਾ ਹੈ, ਕਿਤੇ ਨਿਮਰਤਾ ਰੱਖਣੀ ਹੈ, ਕਿਤੇ ਸਹਿਜ ਚਾਹੀਦਾ ਹੈ। ਜ਼ਰਾ ਸੋਚ ਕੇ ਵੇਖੀਏ ਇਹਨਾਂ ਗੁਣਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਵਿੱਚ ਕਿੰਨਾ ਦੁੱਖ ਹੈ, ਸਾਡਾ ਸਫ਼ਰ ਕਿੰਨਾ ਔਖਾ ਬਤੀਤ ਹੁੰਦਾ ਹੈ। ਮਨੁੱਖ ਕਈ ਵਾਰ ਆਪਣੇ ਬੀਤੇ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਕਰਦਾ ਹੈ ਅਤੇ ਸੋਚਦਾ ਹੈ ਜਾਂ ਕਿਸੇ ਨਾਲ ਸਾਂਝਿਆਂ ਕਰਦਾ ਹੈ ਵੀ ਜੇ ਫਲਾਣੇ ਵਕਤ ਮੈਂ ਥੋੜ੍ਹਾ ਜਿਹਾ ਆਪਣੇ ਆਪ 'ਤੇ ਧੀਰਜ ਰੱਖਿਆ ਹੁੰਦਾ ਤਾਂ ਮੇਰੀ ਜ਼ਿੰਦਗੀ 'ਚ ਇੰਨੀਆਂ ਵੱਡੀਆਂ ਤਕਲੀਫਾਂ ਨਹੀਂ ਸਨ ਆਉਣੀਆਂ। ਜੇ ਮੈਂ ਆਪਣੇ ਪਰਿਵਾਰ ਵਿੱਚ ਇੱਕ ਵੇਲੇ ਥੋੜ੍ਹਾ ਜਿਹਾ ਆਪਣੀ ਜ਼ੁਬਾਨ 'ਤੇ ਕੰਟਰੋਲ ਕੀਤਾ ਹੁੰਦਾ, ਮਿੱਠਾ ਬੋਲਿਆ ਹੁੰਦਾ, ਕੌੜੇ ਬਚਨ ਨਾ ਕਹੇ ਹੁੰਦੇ, ਅਤੇ ਮੇਰੇ ਪਰਿਵਾਰ ਵਿੱਚ ਅਸ਼ਾਂਤੀ ਅਤੇ ਤਕਲੀਫ ਅਤੇ ਬੇਇਤਫਾਕੀ ਨਹੀਂ ਸੀ ਹੋਣੀ। ਜੇ ਇੱਕ ਜਗ੍ਹਾ ਦੇ ਉੱਤੇ ਮੈਂ ਥੋੜ੍ਹਾ ਜਿਹਾ ਵੱਡਾ ਦਿਲ ਵਿਖਾ ਕੇ ਸਬਰ ਅਤੇ ਸੰਤੋਖ ਦਾ ਪ੍ਰਗਟਾਵਾ ਕੀਤਾ ਹੁੰਦਾ ਤਾਂ ਮੇਰੀ ਜ਼ਿੰਦਗੀ 'ਚ ਆਹ ਦੁੱਖ ਨਹੀਂ ਸਨ ਹੋਣੇ, ਮੇਰੇ ਰਿਸ਼ਤੇ ਨਹੀਂ ਸਨ ਟੁੱਟਣੇ। ਅਸੀਂ ਦੁਖੀ ਕਿਸੇ ਦੇ ਕਹਿਣ ਉੱਤੇ ਨਹੀਂ ਹੁੰਦੇ, ਬਹੁਤਾਤ ਰੂਪ ਵਿੱਚ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਸਾਡੇ ਸੁਭਾਅ ਦੀਆਂ ਪੇਚੀਦਗੀਆਂ ਅਤੇ ਉਲਝਣਾਂ ਕਰਕੇ ਹੁੰਦੇ ਨੇ। ਸਤਿਗੁਰੂ ਮਹਾਰਾਜ ਹੁਣ ਜ਼ਰਾ ਸੋਚ ਕੇ ਵੇਖੀਏ, ਧੀਰਜ ਉੱਥੇ ਹੀ ਪ੍ਰਗਟ ਕੀਤਾ ਜਾ ਸਕਦਾ ਹੈ ਜਿੱਥੇ ਧੀਰਜ ਦੀ ਜ਼ਰੂਰਤ ਹੈ। ਸਬਰ ਸੰਤੋਖ ਇਹ ਸਾਰੇ ਗੁਣ ਤੇ ਚੰਗੇ ਨੇ, ਪਰ ਜੇ ਜੀਵਨ ਵਿੱਚ ਹੋਣਗੇ ਤੇ ਵਰਤੇ ਜਾ ਸਕਦੇ ਨੇ, ਜੇ ਇਹਨਾਂ ਦੀ ਕਮਾਈ ਪ੍ਰੈਕਟਿਸ ਨਹੀਂ ਹੈ ਤੇ ਵਰਤੇ ਨਹੀਂ ਜਾ ਸਕਦੇ। ਮਨੁੱਖ ਜਿੰਨਾ ਮਰਜ਼ੀ ਕਹਿ ਲੈ ਕਿ ਮੈਂ ਵਕਤ ਆਉਣ 'ਤੇ ਮਿੱਠਾ ਬੋਲ ਲਵਾਂਗਾ, ਜੇ ਮਿੱਠਾ ਬੋਲਣ ਦਾ ਸੁਭਾਅ ਨਹੀਂ ਬਣਾਇਆ ਤੇ ਮੌਕੇ ਦੇ ਉੱਤੇ ਇਹ ਸੁਭਾਅ ਦਾ ਪ੍ਰਗਟਾਵਾ ਵੀ ਨਹੀਂ ਹੋ ਸਕੇਗਾ। ਇਸ ਲਈ ਮਿੱਠਾ ਬੋਲਣ ਲਈ ਕਿਸੇ ਖਾਸ ਵਕਤ ਦੀ ਜ਼ਰੂਰਤ ਨਹੀਂ, ਇਸ ਦੀ ਰੋਜ਼ ਹਰ ਵੇਲੇ ਹੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਸਬਰ ਅਤੇ ਸੰਤੋਖ ਇੱਕਦਮ ਸਾਡੇ ਜੀਵਨ 'ਚ ਨਹੀਂ ਆਏਗਾ, ਇਸ ਨੂੰ ਕਮਾਉਣਾ ਪਏਗਾ, ਇਸ ਦੀ ਐਕਸਰਸਾਈਜ਼ ਕਰਨੀ ਪਏਗੀ, ਇਸ ਨੂੰ ਜੀਵਨ ਵਿੱਚ ਮਨ ਵਿੱਚ ਟਿਕਾਉਣਾ ਪਏਗਾ, ਰੱਖਣਾ ਪਏਗਾ, ਤਾਂ ਕਿ ਹਰ ਵੇਲੇ ਅਸੀਂ ਇਸ ਨੂੰ ਵਰਤ ਸਕੀਏ। ਮਹਾਰਾਜ ਦੀ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ, ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ। ਗੁਣ ਨਿਧਾਨ ਦਾ ਭਾਵ ਹੈ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਅਕਾਲ ਪੁਰਖ। ਭਗਤਨ ਕੋ ਬਰਤਨ ਤੋਂ ਭਾਵ ਹੈ ਭਗਤਾਂ ਦੇ ਵਰਤਨ ਦੀ ਵਸਤੂ ਹੈ, ਜਿਸ ਨੂੰ ਸਤਿਗੁਰੂ ਬਾਣੀ ਵਿੱਚ ਆਖਦੇ ਨੇ, ਹਰ ਨਾਮ ਹਮਾਰਾ ਪਹਿਨਣ, ਹਰ ਨਾਮ ਹਮਾਰਾ ਭੋਜਨ। ਭਾਵ ਉਸ ਦਾ ਇਹੀ ਹੈ, ਜਿਵੇਂ ਸਰੀਰ ਦਾ ਨੰਗੇਜ ਢੱਕਣ ਵਾਸਤੇ ਵਸਤਰਾਂ ਦੀ ਲੋੜ ਹੈ ਅਤੇ ਭੁੱਖ ਦੂਰ ਕਰਨ ਵਾਸਤੇ ਭੋਜਨ ਦੀ ਲੋੜ ਹੈ, ਇਸੇ ਤਰ੍ਹਾਂ ਸਾਡੇ ਜੀਵਨ ਦੀ ਵੀ ਇੱਕ ਲੋੜ ਹੈ। ਅਸੀਂ ਆਪਣੇ ਮਾੜੇ ਕਰਮਾਂ ਕਰਕੇ ਦੁਨੀਆ ਸਾਹਮਣੇ ਨਸ਼ਰ ਹੁੰਦੇ ਹਾਂ, ਉਸ ਨੂੰ ਵੀ ਇੱਕ ਨੰਗੇਜ਼ ਮੰਨਿਆ ਗਿਆ। ਅਸੀਂ ਚੰਗਿਆਈ ਤੋਂ ਮਹਿਰੂਮ ਅਤੇ ਵਾਂਝੇ ਹੋ ਕੇ, ਸ਼ੁਭ ਗੁਣਾਂ ਤੋਂ ਸਖਣੇ ਹੋ ਕੇ ਤਿਲ ਦੁੱਖਾਂ ਵਿੱਚ ਮਰਦੇ ਹਾਂ। ਸਾਡੀ ਲੋੜ ਪੂਰੀ ਕਰਨ ਵਾਲਾ ਉਸ ਵੇਲੇ ਕੋਈ ਨਹੀਂ ਹੁੰਦਾ, ਉਸ ਨੂੰ ਵੀ ਇੱਕ ਭੁੱਖ ਮੰਨਿਆ ਗਿਆ, ਉਹ ਵੀ ਤ੍ਰਿਪਤੀ ਸਾਡੀ ਹੋਣੀ ਚਾਹੀਦੀ ਹੈ।
ਤੇ ਸਤਿਗੁਰੂ ਨੇ ਇਹ ਸਾਰਾ ਕੁਝ ਕਿਸ ਚੀਜ਼ ਨੂੰ ਮੰਨਿਆ? ਹਰਨਾਮ ਹਮਾਰਾ ਪਹਿਨਣ, ਹਰਨਾਮ ਹਮਾਰਾ ਭੋਜਨ, ਨਾਮ ਨੂੰ ਮੰਨਿਆ, ਭਗਤ ਉਪਾਸ਼ਨਾ ਨੂੰ ਮੰਨਿਆ, ਰੱਬੀ ਪਰਮੇਸ਼ਰੀ ਗੁਣਾਂ ਨੂੰ ਮੰਨਿਆ। ਤੇ ਸਤਿਗੁਰੂ ਫਰਮਾਉਂਦੇ ਨੇ, ਗੁਣ ਨਿਧਾਨ ਭਗਤਨ ਕਉ ਬਰਤਨ। ਗੁਣਾਂ ਦਾ ਖਜ਼ਾਨਾ ਪਰਮੇਸ਼ਰ ਭਗਤਾਂ ਦੇ ਵਰਤਣ ਵਾਲੇਵੇਂ ਦੀ ਵਸਤੂ ਹੈ। ਬਿਰਲਾ ਪਾਵੇ ਕੋਈ, ਉਹ ਇੰਪੋਰਟੈਂਟ ਪਰਸਨ ਨੇ, ਸ੍ਰੇਸ਼ਟ ਜੀਵ ਨੇ, ਉੱਤਮ ਮਨੁੱਖ ਨੇ, ਜਿਹੜੇ ਆਪਣੇ ਜੀਵਨ ਵਿੱਚ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਗੁਣਾਂ ਨੂੰ ਵਰਤਦੇ ਹਨ, ਉਸ ਨੂੰ ਹੰਢਾਉਂਦੇ ਨੇ, ਉਸ ਨੂੰ ਮਾਣਦੇ ਨੇ। ਇਸ ਲਈ ਗੁਰਬਾਣੀ 'ਚ ਕਿਹਾ ਗਿਆ ਹੈ, ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਇਹ ਪਰਮੇਸ਼ਰ ਦੇ ਗੁਣਾਂ ਦਾ ਰੂਪ ਹੋਣਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇਸ ਨੂੰ ਦੌਲਤ ਆਖਦੇ ਨੇ, ਧਨ ਆਖਦੇ ਨੇ, ਅਮੀਰੀ ਆਖਦੇ ਨੇ। ਬਾਕੀ ਸੰਸਾਰ ਦੇ ਪਦਾਰਥ ਆਉਂਦੇ ਨੇ, ਜਾ ਵੀ ਸਕਦੇ ਨੇ। ਮਨੁੱਖ ਪਦਾਰਥਕ ਤੌਰ 'ਤੇ ਭੌਤਿਕ ਚੀਜ਼ਾਂ ਦਾ ਇਕੱਠ ਕਰਕੇ ਅਮੀਰ ਵੀ ਹੋ ਸਕਦਾ ਅਤੇ ਗਰੀਬ ਵੀ ਹੋ ਸਕਦਾ। ਚੀਜ਼ਾਂ ਪੁਰਾਣੀਆਂ ਵੀ ਹੁੰਦੀਆਂ ਨੇ, ਟੁੱਟਦੀਆਂ ਵੀ ਨੇ, ਪਰ ਗੁਣ ਜੀਵਨ ਵਿੱਚ ਸਦਾ ਨਵਾਂ ਅਤੇ ਨਰੋਆ ਰਹਿੰਦਾ। ਇਹ ਇੱਕ ਐਸੀ ਖੂਬਸੂਰਤ ਦਾਤ ਹੈ ਜਿਹੜੀ ਕਦੇ ਪੁਰਾਣੀ ਨਹੀਂ ਹੁੰਦੀ। ਅਸੀਂ ਗੁਰੂ ਨਾਨਕ ਸਾਹਿਬ ਦਾ ਮਿੱਠਾ ਬੋਲਣਾ ਅੱਜ ਵੀ ਯਾਦ ਕਰਦੇ ਹਾਂ। ਬਾਬਾ ਫਰੀਦ ਸਾਹਿਬ ਨੂੰ ਸ਼ਕਰਗੰਜ ਕਹਿ ਕੇ, ਮਿਠਾਸ ਦਾ ਖਜ਼ਾਨਾ ਕਹਿ ਕੇ ਅੱਜ ਵੀ ਚੇਤੇ ਕੀਤਾ ਜਾਂਦਾ ਹੈ, ਸਦੀਆਂ ਬਤੀਤ ਹੋ ਜਾਣ ਤੋਂ ਬਾਅਦ ਵੀ। ਅਸੀਂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਦੇ ਪਰਉਪਕਾਰਾਂ ਨੂੰ ਅੱਜ ਵੀ ਉਵੇਂ ਹੀ ਯਾਦ ਕਰਦੇ ਹਾਂ, ਉਹ ਪੁਰਾਣੇ ਨਹੀਂ ਹੋਏ। ਇੱਕ ਸਰੀਰ ਇਸ ਧਰਤੀ 'ਤੇ ਆਇਆ, ਸਦੀਆਂ ਪਹਿਲਾਂ ਇਸ ਧਰਤੀ ਤੋਂ ਚਲਾ ਗਿਆ, ਪਰ ਕਰਮ ਦੀ ਤਾਜ਼ਗੀ ਅਤੇ ਪਵਿੱਤਰਤਾ ਇਸ ਧਰਤੀ ਦੇ ਉੱਤੇ ਅਜੇ ਵੀ ਉਵੇਂ ਹੀ ਹੈ। ਆਉਣ ਵਾਲੀਆਂ ਨਸਲਾਂ ਉਸ ਤੋਂ ਹਮੇਸ਼ਾ ਲਈ ਸੇਧ ਲੈਂਦੀਆਂ ਨੇ, ਉਹਨਾਂ ਗੁਣਾਂ ਦੀ ਖੁਸ਼ਬੂ ਮਾਣਦੀਆਂ ਨੇ। ਉਹ ਜੀਵਨ, ਉਹ ਕਿਰਦਾਰ ਇੰਨੇ ਉੱਚੇ ਹੋ ਜਾਂਦੇ ਨੇ ਵੀ ਉਹਨਾਂ ਦੀ ਛਾਂ ਵਿੱਚ ਨਸਲਾਂ ਸਦੀਆਂ ਤੱਕ ਬੈਠਦੀਆਂ ਰਹਿੰਦੀਆਂ ਨੇ। ਉਹ ਸਾਰਾ ਕੁਝ ਕਿਸ ਚੀਜ਼ ਕਰਕੇ ਹੈ? ਇਹ ਉਹਨਾਂ ਦੀ ਅਮੀਰੀ ਹੈ। ਭਗਤ ਕਬੀਰ ਸਾਹਿਬ ਕੋਈ ਬਾਦਸ਼ਾਹ ਨਹੀਂ ਸਨ, ਕਿਸੇ ਰਾਜੇ ਦੇ ਪੁੱਤਰ ਨਹੀਂ ਸਨ, ਕਿਸੇ ਜਗ੍ਹਾ 'ਤੇ ਉਹਨਾਂ ਹਕੂਮਤ ਨਹੀਂ ਕੀਤੀ, ਕੋਈ ਦੁਨੀਆ ਦੇ ਬਹੁਤ ਵੱਡੇ ਵਪਾਰੀ ਵੀ ਨਹੀਂ ਸਨ। ਉਹ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਪੈਦਾ ਹੋਏ। ਭਗਤ ਰਵਿਦਾਸ ਜੀ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਇੱਕ ਦੀ ਕਿਰਤ ਹੈ ਕੱਪੜਾ ਬੁਣਨਾ ਅਤੇ ਦੂਜੇ ਦੀ ਕਿਰਤ ਹੈ ਮਰੇ ਹੋਏ ਪਸ਼ੂ ਢੋ ਕੇ ਉਹਨਾਂ ਦੀ ਚਮੜੀ ਉਤਾਰ ਕੇ ਅਤੇ ਉਸ ਦੀਆਂ ਜੋ ਚੀਜ਼ਾਂ ਵਸਤਾਂ ਚਮੜੇ ਦੀਆਂ ਆਮ ਬਣਦੀਆਂ ਸਨ ਉਹ ਬਣਾਉਣੀਆਂ, ਅਤੇ ਇਸ ਤਕਨੀਕ ਨਾਲ, ਇਸ ਕਿਰਤ ਨਾਲ ਆਪਣਾ ਰੁਜ਼ਗਾਰ ਚਲਾ ਕੇ ਪੇਟ ਪੂਰਤੀ ਕਰਨੀ, ਗੁਜ਼ਾਰਾ ਕਰਨਾ। ਪਰ ਕਮਾਲ ਦੀ ਗੱਲ ਹੈ, ਦੁਨੀਆ ਦੇ ਵੱਡੇ ਵੱਡੇ ਅਮੀਰ ਲੋਕਾਂ ਨੂੰ ਲੋਕ ਭੁੱਲ ਗਏ। ਕਬੀਰ ਸਾਹਿਬ ਦੇ ਵਕਤ ਵੀ ਬਹੁਤ ਅਮੀਰ ਲੋਕ ਹੋਣਗੇ, ਬਾਬਾ ਰਵਿਦਾਸ ਸਾਹਿਬ ਜੀ ਦੇ ਵਕਤ ਵੀ ਕਾਂਸ਼ੀ ਜਾਂ ਆਲੇ ਦੁਆਲੇ ਬਹੁਤ ਅਮੀਰ ਧਨਾੜ ਲੋਕ ਹੋਣਗੇ, ਪਰ ਗਰੀਬ ਪਰਿਵਾਰ ਵਿੱਚ ਪੈਦਾ ਹੋਈਆਂ ਇਹ ਸ਼ਖਸੀਅਤਾਂ ਅੱਜ ਵੀ ਸੰਸਾਰ ਦੇ ਚੇਤੇ ਵਿੱਚ ਹਨ, ਲੋਕਾਂ ਦੇ ਜ਼ਿਹਨ ਵਿੱਚ ਹਨ। ਉਹਨਾਂ ਨੇ ਕੀ ਕਿਹਾ, ਇਸ ਗੱਲ ਦੀ ਚਰਚਾ ਹੁੰਦੀ ਹੈ। ਉਹਨਾਂ ਨੇ ਕਿਵੇਂ ਜੀਵਨ ਜੀਵਿਆ, ਇਸ ਗੱਲ ਉੱਤੇ ਸੰਵਾਦ ਹੁੰਦਾ ਹੈ। ਉਹਨਾਂ ਦਾ ਉਪਦੇਸ਼, ਉਹਨਾਂ ਨੇ ਕੀ ਆਪਣੇ ਜੀਵਨ ਵਿੱਚ ਕਮਾਈ ਕੀਤੀ, ਇਸ ਗੱਲ ਦਾ ਇਸ ਸੰਸਾਰ ਦੇ ਵਿੱਚ ਅੱਜ ਵੀ ਜਿੱਥੇ ਚਾਰ ਜੀਵ ਜੁੜਦੇ ਨੇ ਉਸ ਦੀ ਸਿਫਤ ਅਤੇ ਸਲੋਹਤਾ ਕਰਦੇ ਨੇ। ਹੁਣ ਸੰਸਾਰ ਵਿੱਚ ਕਮਾਈ ਕਿਸ ਦੀ ਵੱਡੀ ਹੋਈ? ਜਿਨ੍ਹਾਂ ਨੇ ਪਦਾਰਥ ਕਮਾਏ, ਸੰਸਾਰ ਉਹਨਾਂ ਨੂੰ ਭੁੱਲ ਗਿਆ। ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਆਚਰਣ ਵੀ ਕਮਾਇਆ, ਉੱਚਾ ਆਤਮਿਕ ਜੀਵਨ ਵੀ ਜੀਵਿਆ, ਇੱਕ ਆਦਰਸ਼ਕ ਮਨੁੱਖ ਬਣੇ, ਉਹ ਸੰਸਾਰ ਦੇ ਚੇਤਿਆਂ ਵਿੱਚ ਅੱਜ ਵੀ ਹੈ। ਅਸੀਂ ਆਪਣੇ ਜੀਵਨ ਦੇ ਦੁੱਖਾਂ ਦੇ ਹੱਲ, ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਲਿਊਸ਼ਨ ਉਹਨਾਂ ਦੇ ਉਪਦੇਸ਼ਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦੇ ਜੀਵਨ ਦੀ ਗੱਲ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਸਾਡੇ ਜੀਵਨ ਵਿੱਚ ਉਲਝਣਾਂ ਨੂੰ ਸੁਲਝਾਉਣ ਦੀ ਜੁਗਤ ਪੈਦਾ ਹੋ ਜਾਏ। ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਮਿਆਰੀ ਤਰੀਕੇ ਦਾ ਜੀਵਨ ਬਣਾ ਕੇ ਜੀ ਸਕੀਏ। ਇਸ ਲਈ ਸਾਨੂੰ ਉਹਨਾਂ ਦੇ ਉਪਦੇਸ਼, ਉਹਨਾਂ ਦੇ ਜੀਵਨ ਦੀ ਚਰਚਾ ਕਰਨੀ ਜਿਹੜੀ ਹੈ ਉਹ ਚੰਗੀ ਲੱਗਦੀ ਹੈ, ਹੈਲਪਫੁੱਲ ਲੱਗਦੀ ਹੈ। ਅਤੇ ਇਸ ਕਰਕੇ ਮਹਾਰਾਜ ਬਿਆਨ ਕਰਦੇ ਨੇ ਵੀ ਅਮੀਰ ਇਕੱਲਾ ਮਨੁੱਖ ਬਾਹਰ ਦੀ ਦੌਲਤ ਨਾਲ ਹੀ ਨਹੀਂ ਹੁੰਦਾ। ਅਸਲ ਜ਼ਿੰਦਗੀ ਦੀ ਅਮੀਰੀ ਜਿਹੜੀ ਹੈ ਉਹ ਜੀਵਨ ਦੀਆਂ ਕਦਰਾਂ ਕੀਮਤਾਂ ਦੇ ਨਾਲ ਹੈ, ਉਹਨਾਂ ਸ਼ੁਭ ਗੁਣਾਂ ਦੇ ਨਾਲ ਹੈ। ਅਤੇ ਉਹ ਸ਼ੁਭ ਗੁਣਾਂ ਦਾ ਮੂਲ ਕੀ ਹੈ? ਪਰਮੇਸ਼ਰ ਦਾ ਨਾਮ, ਚੇਤਨਾ ਦਾ ਅਨੁਭਵ, ਬ੍ਰਹਮ ਦਾ ਅਨੁਭਵ, ਪਰਮੇਸ਼ਰ ਦਾ ਅਨੁਭਵ। ਸਤਿਗੁਰੂ ਆਖਦੇ ਨੇ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ।
ਇਸ ਨਾਮ ਧਨ ਦੀ ਦੌਲਤ ਨਾਲ ਹੀ ਮੇਰਾ ਮਨ ਅਵਗੁਣ ਵਿਕਾਰ ਅਗਿਆਨਤਾ ਵੱਲ ਭਟਕਣ ਤੋਂ ਰੁਕ ਗਿਆ ਹੈ। ਮਨ ਦਾ ਭਟਕਣਾ ਕੀ ਹੈ? ਖਿਆਲ ਸ਼ਕਤੀ ਦਾ ਮੈਲਾ ਹੋ ਜਾਣਾ ਅਤੇ ਮੈਲੇ ਖਿਆਲਾਂ ਦੀ ਪੂਰਤੀ ਵਾਸਤੇ ਹਰ ਵੇਲੇ ਬੇਚੈਨ ਹੋਏ ਰਹਿਣਾ। ਇਹ ਕੈਸੀ ਭਟਕਣਾ ਹੈ ਜਿਹੜੀ ਮਨੁੱਖ ਦੇ ਅੰਦਰ ਕਦੇ ਵੀ ਸਹਿਜ ਸੁੱਖ ਅਤੇ ਜੀਵਨ ਦਾ ਆਨੰਦ ਪੈਦਾ ਨਹੀਂ ਹੋਣ ਦਿੰਦੀ। ਇਸ ਨੂੰ ਮਹਾਰਾਜ ਆਖਦੇ ਨੇ ਵੀ ਜਿਸ ਵੇਲੇ ਇਸ ਭਟਕਣਾ ਤੋਂ ਛੁਟਕਾਰਾ ਹੋ ਜਾਂਦਾ ਹੈ, ਕਰ ਬੈਠੋ ਵਿਸਰਾਮ। ਵਿਸਰਾਮ ਦਾ ਮਤਲਬ ਹੈ ਟਿਕਾਓ, ਟਿਕ ਜਾਣਾ, ਆਪਣੇ ਆਪ ਵਿੱਚ ਸਮਾ ਜਾਣਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮਮਤਾ ਤਨ ਤੇ ਭਾਗੀ। ਮਾਇਆ ਦੀ ਮਮਤਾ, ਮਾਇਆ ਤੋਂ ਭਾਵ ਭੌਤਿਕ ਪਦਾਰਥ ਵੀ ਹਨ, ਮਾਇਆ ਤੋਂ ਭਾਵ ਅਵਿਦਿਆ ਅਗਿਆਨਤਾ ਵੀ ਹੈ। ਸਹੀ ਸੂਝ ਦਾ ਨਾ ਹੋਣਾ ਇਹ ਅਗਿਆਨਤਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਜਦੋਂ ਮਾਇਆ ਦੀ ਮਮਤਾ ਤਨ ਤੋਂ ਦੂਰ ਹੋ ਜਾਂਦੀ ਹੈ, ਮਮਤਾ ਦਾ ਮਤਲਬ ਹੈ ਉਸ ਦੇ ਮੋਹ ਦੇ ਜੰਜਾਲ ਵਿੱਚ ਫਸ ਜਾਣਾ, ਅੰਨੀ ਮੁਹੱਬਤ ਵਿੱਚ ਫਸ ਜਾਣਾ। ਸਤਿਗੁਰੂ ਆਖਦੇ ਨੇ ਜਦੋਂ ਉਹ ਤਨ ਤੋਂ ਭਾਵ ਜੀਵਨ ਤੋਂ ਦੂਰ ਹੋ ਜਾਂਦੀ ਹੈ, ਉਪਜਿਓ ਨਿਰਮਲ ਗਿਆਨ। ਫਿਰ ਸਾਡੇ ਅੰਦਰ ਪਵਿੱਤਰ ਪਰਮੇਸ਼ਰ ਦੀ ਹਸਤੀ ਦਾ, ਉਸ ਦੇ ਹਰ ਜਗ੍ਹਾ 'ਤੇ ਹੋਣ ਦਾ ਗਿਆਨ ਭਾਵ ਚਾਨਣ ਪੈਦਾ ਹੋ ਜਾਂਦਾ, ਸੂਝ ਪੈਦਾ ਹੋ ਜਾਂਦੀ ਹੈ। ਜਿਵੇਂ ਕਿਸੇ ਉਸਤਾਦ ਦੇ ਕੋਲ ਕੋਈ ਮਨੁੱਖ ਕੋਈ ਹੁਨਰ ਸਿੱਖਣ ਵਾਸਤੇ ਜਾਂਦਾ ਹੈ, ਉਹ ਬੜੀ ਕੋਸ਼ਿਸ਼ ਕਰਦਾ ਹੈ ਪਰ ਸਿੱਖ ਨਹੀਂ ਪਾਉਂਦਾ, ਤਾਂ ਉਸਤਾਦ ਉਸ ਨੂੰ ਦੋ ਗੱਲਾਂ ਕਹਿੰਦਾ ਵੀ ਤੈਨੂੰ ਇਹ ਕੰਮ ਸਿੱਖਣ ਵਾਸਤੇ ਜਿੱਥੇ ਇਹਦੀ ਸਿਖਲਾਈ ਲੈਣ ਲਈ ਮੇਰੀ ਗੱਲ ਸੁਣਨੀ ਪਏਗੀ, ਉੱਥੇ ਆਪਣਾ ਧਿਆਨ ਹੋਰ ਗੱਲਾਂ ਤੋਂ ਵੀ ਹਟਾ ਕੇ ਰੱਖਣਾ ਪਏਗਾ। ਤੈਨੂੰ ਦੋ ਪਾਸੇ ਮਿਹਨਤ ਕਰਨੀ ਪੈਣੀ ਹੈ। ਜਿਵੇਂ ਕੱਚਾ ਭਾਂਡਾ ਬਣਾਉਣ ਵਾਲਾ ਘੁਮਿਆਰ ਜਿਹੜਾ ਉਹ ਭਾਂਡਾ ਬਣਾਉਂਦਾ ਅਤੇ ਉਸ ਨੂੰ ਬਾਹਰੋਂ ਵੀ ਅਤੇ ਅੰਦਰੋਂ ਦੋਵੇਂ ਤਰ੍ਹਾਂ ਹੀ ਸਵਾਰਦਾ। ਤੈਨੂੰ ਜਿੰਨਾ ਧਿਆਨ ਮੇਰੀ ਗੱਲ ਸੁਣਨ ਵੱਲ ਲਾਉਣਾ ਪੈਣਾ, ਉਨਾ ਧਿਆਨ ਹੋਰ ਪਾਸੇ ਜਿੱਧਰ ਤੇਰਾ ਮਨ ਅਤੇ ਸੁਰਤ ਜਾਂਦੀ ਹੈ, ਮੇਰੀ ਗੱਲ ਵੱਲੋਂ ਤੋੜਨ ਵਾਸਤੇ, ਉੱਧਰੋਂ ਹਟਾਉਣ ਵਾਸਤੇ ਵੀ ਤੈਨੂੰ ਜ਼ੋਰ ਲਾਉਣਾ ਪੈਣਾ। ਯਾਨੀ ਕਿ ਦੋ ਤਰ੍ਹਾਂ ਦੀ ਮਿਹਨਤ ਹੈ ਜਿਹੜੀ ਜ਼ਿੰਦਗੀ 'ਚ ਕਰਨੀ ਪਏਗੀ। ਜਿੰਨਾ ਚਿਰ ਮਾਇਆ ਦੀ ਮਮਤਾ ਵਿੱਚ ਮਨ ਖਚਤ ਰਹੇਗਾ, ਨਿਰਮਲ ਗਿਆਨ ਵਾਲੇ ਪਾਸੇ ਨਹੀਂ ਜਾ ਸਕੇਗਾ। ਤਾਂ ਹੀ ਇਹ ਸਤਿਗੁਰੂ ਨੇ ਦੋਵਾਂ ਚੀਜ਼ਾਂ ਨੂੰ ਪੈਰਾਲਲ ਰੱਖਿਆ ਬਰਾਬਰ। ਪਾਤਸ਼ਾਹ ਫਰਮਾਉਂਦੇ ਨੇ, ਲੋਭ ਮੋਹ ਇਹ ਪਰਸ ਨਾ ਸਕੈ, ਕਹੀ ਭਗਤ ਭਗਵਾਨ। ਜਦੋਂ ਭਗਵਾਨ ਦੀ ਭਗਤੀ ਗ੍ਰਹਿਣ ਕਰ ਲਈ, ਇਬਾਦਤ, ਉਸ ਦੇ ਗੁਣਾਂ, ਉਸ ਦੀ ਯਾਦ, ਉਸ ਦੇ ਅਨੁਭਵ ਨਾਲ ਜੀਵਨ ਜੁੜ ਗਿਆ, ਫਿਰ ਜੀਵਨ ਵਿੱਚੋਂ ਲੋਭ ਅਤੇ ਮੋਹ, ਇਹਨਾਂ ਦਾ ਪ੍ਰਭਾਵ ਜੀਵਨ ਵਿੱਚੋਂ ਖਤਮ ਹੋ ਗਿਆ। ਮੋਹ ਦਾ ਮਤਲਬ ਮਮਤਾ ਤੋਂ ਹੀ ਹੈ, ਅਤੇ ਲੋਭ ਦਾ ਮਤਲਬ ਹੈ ਲੋਭਾਏਮਾਨ ਹੋਣਾ, ਸਵਾਰਥੀ ਹੋਣਾ, ਲਾਲਚੀ ਹੋਣਾ। ਪਾਤਸ਼ਾਹ ਆਖਦੇ ਨੇ, ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਪ ਪਾਇਆ। ਚਿਰਾਂ ਦਾ, ਜਦੋਂ ਇਹ ਸ਼ਬਦ ਇਕੱਠਾ ਆਉਂਦਾ ਹੈ, ਜਨਮ ਜਨਮ ਕਾ, ਇਸ ਦਾ ਭਾਵ ਹੁੰਦਾ ਵੀ ਚਿਰਾਂ ਦਾ, ਬਹੁਤ ਪੁਰਾਣਾ ਜਿਹੜਾ ਸਹਿਮ, ਡਰ, ਭਰਮ, ਦੁੱਖ ਜੀਵਨ ਵਿੱਚ ਟਿਕਿਆ ਹੋਇਆ, ਉਹ ਉਸ ਵੇਲੇ ਚੂਕਾ ਦਾ ਭਾਵ ਹੈ ਚੁੱਕ ਗਿਆ, ਖਤਮ ਹੋ ਗਿਆ। ਰਤਨ ਨਾਮ, ਜਦੋਂ ਕੀਮਤੀ ਨਾਮ ਦੀ ਪ੍ਰਾਪਤੀ ਹੋ ਗਈ। ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਸਤਿਗੁਰੂ ਆਖਦੇ ਨੇ, ਫਿਰ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਤੋਂ ਭਾਵ ਹੈ ਕਿਸੇ ਚੀਜ਼ ਲਈ, ਪਦਾਰਥਕ ਲਾਲਚ ਲਈ, ਲਾਲਚ ਦੀ ਵਧੀ ਹੋਈ ਹੱਦੋਂ ਵੱਧ ਜਿਹੜੀ ਆਦਤ ਹੈ, ਉਸ ਨੂੰ ਤ੍ਰਿਸ਼ਨਾ ਦਾ ਰੋਗ ਕਿਹਾ ਗਿਆ। ਜਿੱਥੇ ਮਨੁੱਖ ਆਪਣਾ ਸਭੋ ਕੁਝ ਦਾਅ 'ਤੇ ਲਾ ਦਿੰਦਾ ਅਤੇ ਵਿਵੇਕ ਹਮੇਸ਼ਾ ਲਈ ਜੀਵਨ ਵਿੱਚੋਂ ਖਤਮ ਹੋ ਜਾਂਦਾ। ਸਤਿਗੁਰੂ ਆਖਦੇ ਨੇ, ਤ੍ਰਿਸ਼ਨਾ ਸਕਲ ਬਿਨਾਸੀ ਤਨ ਤੇ, ਜੀਵਨ ਤੋਂ ਖਤਮ ਹੋ ਗਈ, ਨਿਜ ਸੁਖ ਮਾਏ ਸਮਾਇਆ। ਇੱਕ ਉਹ ਸੁੱਖ ਹੈ ਜਿਹੜਾ ਬਾਹਰੋਂ ਅਸੀਂ ਲੱਭਦੇ ਹਾਂ, ਪਦਾਰਥ ਵਿੱਚੋਂ ਖੁਸ਼ੀ ਅਤੇ ਤਸੱਲੀ ਮਿਲਦੀ ਹੈ, ਪਰ ਉਹ ਇੱਕ ਵਕਤੀ ਹੈ। ਜਿੰਨਾ ਚਿਰ ਪਦਾਰਥ ਹੈ ਜਾਂ ਨਵਾਂ ਹੈ ਜਾਂ ਸਕੂਨ ਦਿੰਦਾ, ਉਹਨਾਂ ਚਿਰ। ਨਿਜ ਸੁੱਖ ਕੀ ਹੈ? ਆਪਣੇ ਆਪ ਵਿੱਚ ਸੁੱਖ ਦੀ ਐਸੀ ਪ੍ਰੋਡਕਸ਼ਨ ਮਨੁੱਖ ਨੇ ਜੀਵਨ 'ਚ ਕਰ ਲਈ ਵੀ ਉਹ ਹਰ ਚੀਜ਼ ਦੇ, ਉਹ ਸੁੱਖ ਜਿਹੜਾ ਉਸ ਨੂੰ ਗੁਰਬਾਣੀ ਨੇ ਕਿਹਾ ਵੀ ਉਹ ਸੱਚ ਤੱਕ ਪਹੁੰਚ ਕੇ ਹੀ ਪਾਇਆ ਜਾ ਸਕਦਾ। ਤੋ ਹਜ਼ੂਰ ਕਹਿੰਦੇ ਨੇ, ਜਾ ਕਉ ਹੋਤ ਕਿਰਪਾਲ, ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ। ਪਰ ਉਹਦੀ ਯਾਦ, ਉਹਦੇ ਗੁਣਾਂ ਨਾਲ ਜੁੜਨਾ ਵੀ ਇਹ ਕੋਈ ਬੌਧਿਕ ਕਸਰਤ ਨਹੀਂ, ਨਾ ਹੀ ਜ਼ਬਰਦਸਤੀ ਹੋ ਸਕਦਾ, ਨਾ ਕਿਸੇ ਨੂੰ ਲਾਇਆ ਜਾ ਸਕਦਾ। ਇਹ ਕਦੋਂ ਹੁੰਦਾ? ਜਦੋਂ ਉਹਦੀ ਬਖਸ਼ਿਸ਼, ਉਹਦੀ ਮਿਹਰ ਹੋਵੇ। ਇਹ ਉਹਦੀ ਬਖਸ਼ਿਸ਼ ਦਾ ਹੀ ਇੱਕ ਪ੍ਰਮਾਣ ਹੈ।
ਕਹੋ ਨਾਨਕ ਇਹ ਵਿਧ ਕੀ ਸੰਪੈ ਕੋਊ ਗੁਰਮੁਖ ਪਾਵੈ। ਸਤਿਗੁਰੂ ਆਖਦੇ ਨੇ ਇਸ ਵਿਧੀ ਦੀ ਦੌਲਤ, ਜਿਸ ਨੂੰ ਨਾਮ ਧਨ ਕਿਹਾ ਸਤਿਗੁਰੂ ਨੇ ਪਹਿਲੀ ਪੰਕਤੀ ਵਿੱਚ, ਇਹ ਵਿਧ ਕੀ ਸੰਪੈ, ਇਸ ਵਿਧੀ ਦੀ ਜਿਹੜੀ ਸੰਪੈ ਸੋ ਸੰਪਤ ਹੈ, ਦੌਲਤ ਹੈ, ਧਨ ਹੈ। ਕੋਊ ਭਾਵ ਵਿਰਲਾ ਮਨੁੱਖ, ਇੰਪੋਰਟੈਂਟ ਪਰਸਨ ਹੈ ਉਹ ਜਿਹੜਾ ਇਸ ਨੂੰ ਪਾਉਂਦਾ ਹੈ। ਪਰ ਕਿਵੇਂ? ਗੁਰਮੁਖ, ਗੁਰੂ ਦੇ ਰਾਹੀਂ, ਗੁਰੂ ਸੰਪਰਕ, ਗੁਰੂ ਦੀ ਨੇੜਤਾ ਵਿੱਚ ਆਉਣ ਵਾਲਾ ਹੀ ਇਸ ਦੌਲਤ ਨੂੰ ਹਾਸਲ ਕਰ ਪਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ। ਯਥਾ ਜਿਵੇਂ ਪੰਚਮ ਪਾਤਸ਼ਾਹ ਨੇ ਫਰਮਾਇਆ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮਹਾਰਾਜ ਦੇ ਇਸ ਪਾਵਨ ਉਪਦੇਸ਼ ਨੂੰ ਜੀਵਨ ਵਿੱਚ ਵਸਾ ਕੇ ਅਸੀਂ ਵੀ ਸ਼ੁਭ ਗੁਣਾਂ ਦੀ ਉਸ ਅਜ਼ੀਮ ਦੌਲਤ ਦੇ ਮਾਲਕ ਬਣ ਸਕੀਏ। ਆਪ ਸਭਨਾਂ ਦਾ ਧੰਨਵਾਦ। ਸਤਿਗੁਰੂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।